ਜਿਹੜੀ ਬਲੱਡ ਦੀ ਤਸੀਰ ਹੁੰਦੀ ਹੈ ਨਾ, ਉਹਨੂੰ ਜਿੰਨਾ ਚਿਰ ਮਰਜ਼ੀ ਸ਼ੇਰ ਨੂੰ ਕੁੱਤਿਆਂ ਨਾਲ ਪਾਲੀ ਚੱਲੋ, ਜਿੱਦਣ ਉਹਨੂੰ ਮਾੜੀ ਜਿਹੀ ਆਪਦਾ ਪਤਾ ਲੱਗਦਾ ਨਾ ਮੈਂ ਕੌਣ ਆ, ਉਹਨਾਂ ਨੂੰ ਹੀ ਖਾ ਜਾਂਦਾ, ਜਿਹੜਾ ਉਹਨਾਂ ਦੇ ਉਹਦੇ ਨਾਲ ਡੰਡੇ ਨਾਲ ਡਰਾ ਕੇ ਰੱਖਦੇ ਆ। ਜੇ ਹੁਣ ਤੁਸੀਂ ਚਾਹੋ ਕਿ ਇਹਨਾਂ ਦੇ ਉੱਤੇ ਕੋਈ ਅਸੀਂ ਬਲ ਪ੍ਰਯੋਗ ਕਰਕੇ, ਉਹ ਹੁਣ ਖਾਲਸਾ ਨਹੀਂ ਕਰਨ ਦੇਊਗਾ। ਉਹਦੇ ਨਾਲੋਂ ਪਹਿਲਾਂ ਸਾਡੇ ਨਾਲ ਟੱਕਰਨਾ ਪਊ, ਕਿਉਂਕਿ ਅੰਗਰੇਜ਼ਾਂ ਨੂੰ ਵੀ ਜਦੋਂ ਮਿਲੀ ਸੀ ਟੱਕਰ ਪੰਜਾਬ ਵਾਲੇ ਗਦਰੀ ਬਾਬਿਆਂ ਨੇ, ਭਗਤ ਸਿੰਘ ਵਰਗਿਆਂ ਨੇ ਜਾਂ ਪੰਜਾਬ ਵਾਲਿਆਂ ਨੇ ਦਿੱਤੀ ਸੀ। ਨਹੀਂ ਬਾਈ ਜੀ, 35 ਤੋਂ ਲੈ ਕੇ 37 ਕਰੋੜ ਲੋਕ ਸੀ 47 ਤੋਂ ਪਹਿਲਾਂ, ਪਰ ਸਾਰੇ ਸਿਰ ਸੱਟ ਕੇ ਨਹੀਂ ਜਿਉਏ ਸੀ। ਇਹ ਪੰਜਾਬੀ ਸੀ ਜਿਨ੍ਹਾਂ ਨੇ ਜਾ ਕੇ 100 ਤੋਂ ਵੱਧ ਜਿਹੜੇ ਰੱਸੇ ਚੁੰਮੇ ਸੀ। ਮੇਰੀ ਗੱਲ ਸੁਣੋ ਜੀ, ਜਿੱਥੋਂ ਤੱਕ ਮੁੰਡਿਆਂ ਖੁੰਡਿਆਂ ਦੀ ਗੱਲ ਆ, ਇਹ ਤਾਂ ਚੰਡੀਗੜ੍ਹ ਜਾਣ 'ਚ ਖੁਸ਼ ਹੁੰਦੇ ਆ। ਹੁਣ ਦਿੱਲੀ ਆਏ ਹੋਏ ਆ, ਇਹ ਕਿੱਥੋਂ ਮੁੜਦੇ? ਇਹਨਾਂ ਨੂੰ ਤਾਂ ਭਾਵੇਂ 2 ਸਾਲ ਰੱਖੀ ਰੱਖੋ, ਇਹਨਾਂ ਨੇ ਤਾਂ ਇੱਥੇ ਲੈਣੇ ਨਜ਼ਾਰੇ। ਤੇ ਨਾਲੇ ਉਹ ਕਹਿੰਦੇ ਪੁੰਨ ਦੇ ਨਾਲੇ ਫਲੀਆਂ, ਨਾਲੇ ਤਾਂ ਦਿੱਲੀ ਘੁੰਮਣਗੇ, ਨਾਲੇ ਅਗਲੇ ਨੇ ਆਪਦੇ ਹੱਕ ਲੈਣੇ ਆ, ਨਾਲੇ ਸਰਕਾਰ ਦੀ ਗਲ ਗੁੱਠਾ ਦੇ ਕੇ ਦੱਸਣਾ ਵੀ ਆ ਵੀ ਪੰਗਾ ਲੈ ਲਿਆ ਗਲਤ ਥਾਂ ਤੇ। ਕਿ ਅਸੀਂ ਕਹਿੰਦੇ ਕਿ ਬਾਜ ਦੀ ਤਰ੍ਹਾਂ ਰਹੋ, ਜਿਵੇਂ ਪਿੰਜਰੇ 'ਚ ਨਹੀਂ ਰਹਿੰਦਾ ਆਜ਼ਾਦ ਰਹਿੰਦਾ, ਇਹਦੀ ਤਰ੍ਹਾਂ ਆਪਦਾ ਸ਼ਿਕਾਰ ਆਪ ਖਾਓ, ਯਾਨੀ ਕਿ ਹਰਾਮ ਦੀ ਨਾ ਖਾਓ। ਇਹਦੀ ਉਡਾਰੀ ਦੀ ਤਰ੍ਹਾਂ ਆਪਦੀ ਸੋਚ ਉੱਚੀ ਰੱਖੋ। ਨਹੀਂ, ਅਸਲ ਦੇ ਵਿੱਚ ਪਹਿਲਾਂ ਸਰਕਾਰਾਂ ਹੁੰਦੀਆਂ ਸੀ, ਹੁਣ ਕਰਿੰਦੇ ਨੇ। ਹੁਣ ਵੱਡੀਆਂ ਕੰਪਨੀਆਂ ਦੇ ਕਰਿੰਦੇ ਬੈਠੇ ਨੇ ਉੱਥੇ, ਸਰਕਾਰਾਂ 'ਚ ਕੋਈ ਮੰਤਰੀ ਨਹੀਂ ਬੈਠੇ। ਸਾਡੇ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਇਹੋ ਜਿਹਾ ਰਾਜ ਕੀਤਾ, ਸਾਡੇ ਹਰੀ ਸਿੰਘ ਨਲਗੋਏ ਵਰਗਿਆਂ ਨੇ ਇਹੋ ਜਿਹੇ ਹੱਥ ਦਿਖਾਏ ਨੇਗੇ, ਸਾਡੇ ਬੰਦਾ ਸਿੰਘ ਬੋਤਾ ਸਿੰਘ ਗਰਜਾ ਸਿੰਘ ਵਰਗਿਆਂ ਨੇ ਇਹੋ ਜਿਹੇ ਨਾਕੇ ਲਾਏ ਨੇ। ਉਹਨਾਂ ਬਾਰੇ ਸਾਰਾ ਕੁਝ ਪਤਾ, ਪਰ ਸਾਨੂੰ ਉਹ ਜਿਹਾ ਆਪਦਾ ਜੀਵਨ ਬਣਾਉਣਾ ਪਊਗਾ। ਇਹ ਤਾਂ ਆਪ ਤੁਹਾਡੇ ਮੂਹਰੇ ਰਾਜ ਬਖਸ਼ਣਗੇ ਵੀ ਆਹ ਲਓ। ਅੱਜ ਕਿਸਾਨਾਂ ਦੇ ਧਰਨੇ ਨੂੰ ਦਿਨ ਚੱਲ ਰਿਹਾ ਹੈ ਤੇ ਅਸੀਂ ਕੁੰਡਲੀ ਬਾਰਡਰ ਤੇ ਖੜੇ ਹੋਏ ਹਾਂ, ਜਿੱਥੇ ਪੰਜਾਬ ਤੋਂ ਬਹੁਤ ਸਾਰੀਆਂ ਜਥੇਬੰਦੀਆਂ, ਪੰਜਾਬ ਤੋਂ, ਹਰਿਆਣਾ ਤੋਂ, ਸਾਰੇ ਹੋਰ ਵੀ ਜਿਹੜਾ ਕਿ ਸਟੇਟਾਂ ਤੋਂ ਇੱਥੇ ਆਈਆਂ ਹੋਈਆਂ, ਉੱਥੇ ਨਿਹੰਗ ਜਥੇਬੰਦੀਆਂ ਨੇ ਵੀ ਆਪਣਾ ਮੋਰਚਾ ਸਾਂਭਿਆ ਹੋਇਆ ਹੈ। ਬਾਬਾ ਜੀ, ਅਸੀਂ ਦੇਖ ਰਹੇ ਸੀ, ਸਾਰਾ ਕਵਰ ਕਰ ਰਹੇ ਸੀ, ਜਿਹੜਾ ਕਿਸਾਨ ਜਥੇਬੰਦੀਆਂ ਦੇ ਪਿੱਛੇ ਸਟੇਜ ਲੱਗਿਆ, ਤੁਸੀਂ ਉਹਨਾਂ ਤੋਂ ਵੀ ਅੱਗੇ ਆ ਕੇ ਜਿਹੜਾ ਇੱਥੇ ਬੈਰੀਕੇਡ ਲਾਏ ਹੋਏ ਆ, ਪੁਲਿਸ ਨੇ, ਫੌਜ ਖੜੀ ਆ, ਤੁਸੀਂ ਸਾਰਾ ਤੋਂ ਮੋਹਰੇ ਆ ਕੇ ਇੱਥੇ ਬੈਠ ਗਏ ਹੋ। ਇਹ ਦੱਸਿਓ ਇਹਦਾ ਕੀ ਕਾਰਨ ਹੈ? ਇੱਕ ਤੁਸੀਂ ਬਾਜ ਤੇ ਘੋੜੇ ਲੈ ਕੇ, ਵਾਰਸ਼ੇ ਲੈ ਕੇ ਇੱਥੇ ਬੈਠੇ ਹੋ। ਅਸੀਂ ਮਹਾਰਾਜ ਮਨੁੱਖਤਾ ਦੇ ਤੇ ਜ਼ਾਲਮਾਂ ਸਰਕਾਰਾਂ ਦੇ ਵਿਚਾਲੇ ਬੈਠੇ ਆ ਕਿ ਜੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਨੀ ਆ ਤਾਂ ਜੀ ਆਇਆਂ ਨੂੰ ਆ ਕੇ ਗੱਲਬਾਤ ਕਰੋ। ਪਰ ਜੇ ਹੁਣ ਤੁਸੀਂ ਚਾਹੋ ਕਿ ਇਹਨਾਂ ਦੇ ਉੱਤੇ ਕੋਈ ਅਸੀਂ ਬਲ ਪ੍ਰਯੋਗ ਕਰਕੇ, ਉਹ ਹੁਣ ਖਾਲਸਾ ਨਹੀਂ ਕਰਨ ਦੇਊਗਾ। ਉਹਦੇ ਨਾਲੋਂ ਪਹਿਲਾਂ ਸਾਡੇ ਨਾਲ ਟੱਕਰਨਾ ਪਊ। ਸਾਡੀਆਂ ਲਾਸ਼ਾਂ ਤੋਂ ਦੀ ਚੱਲ ਕੇ ਤਾਂ ਤੁਸੀਂ ਉਹਨਾਂ ਤੇ ਜਾ ਕੇ ਕੋਈ ਅਟੈਕ ਵਗੈਰਾ ਕਰ ਸਕਦੇ ਹੋ, ਨਹੀਂ ਅਦਰਵਾਇਜ਼ ਇਹ ਭੁੱਲ ਜਾਓ ਕਿ ਪਹਿਲਾਂ ਦੀ ਤਰ੍ਹਾਂ ਤੁਸੀਂ ਜਿਵੇਂ ਮਰਜ਼ੀ ਵਾਟਰ ਕੈਨਨ ਇਹਨਾਂ ਦੇ ਉੱਤੇ ਛਿੜਕੋਗੇ, ਅਥਰੂ ਗੈਸ ਦੇ ਗੋਲੇ ਛੱਡੋਗੇ, ਚਾਹੇ ਇਹਨਾਂ ਤੇ ਲਾਠੀ ਚਾਰਜ ਕਰੋਗੇ ਜਾਂ ਕਿਸੇ ਵੀ ਤਰ੍ਹਾਂ ਦਾ ਇਹਨਾਂ ਨੂੰ ਮੈਨੀਪੂਲੇਟ ਕਰੋਗੇ, ਉਹ ਹੁਣ ਨਹੀਂ ਹੋ ਸਕਦਾ। ਜਿਹੜਾ ਤੁਸੀਂ ਬਾਜ ਲੈ ਕੇ ਆਏ ਹੋ, ਇਸੇ ਘੋੜੇ ਲੈ ਕੇ ਆਏ ਹੋ, ਕਾਫੀ ਤਿਆਰੀ ਦੇ ਵਿੱਚ ਆਏ ਹੋ, ਇਹਦੇ ਬਾਰੇ ਵੀ ਦੱਸਿਓ ਥੋੜ੍ਹਾ ਜਿਹਾ। ਇਹਦੇ ਨਾਲ ਬਾਈ ਜੀ, ਅੱਜ ਦੇ ਸਮੇਂ ਕੋਈ ਹਥਿਆਰ ਨਹੀਂ ਹੈਗੇ। ਅੱਜ ਦੇ ਸਮੇਂ ਇਹਦਾ ਇੱਕ ਸਮਾਜਿਕ ਨਜ਼ਰੀਆ ਹੈਗਾ ਕਿ ਅਸੀਂ ਕਹਿੰਦੇ ਹਾਂ ਕਿ ਬਾਜ ਦੀ ਤਰ੍ਹਾਂ ਰਹੋ, ਜਿਵੇਂ ਪਿੰਜਰੇ 'ਚ ਨਹੀਂ ਰਹਿੰਦਾ ਆਜ਼ਾਦ ਰਹਿੰਦਾ, ਇਹਦੀ ਤਰ੍ਹਾਂ ਆਪਦਾ ਸ਼ਿਕਾਰ ਆਪ ਖਾਓ, ਯਾਨੀ ਕਿ ਹਰਾਮ ਦੀ ਨਾ ਖਾਓ। ਹੱਕ ਪਰਾਇਆ ਨਾਨਕਾ ਤੇ ਸੂਰਤ ਸਗਾਏ, ਜੋ ਆਪਦਾ ਹੱਕ ਆ ਆਪਦਾ ਉਹ ਖਾਓ, ਆਪਦੀ ਮਿਹਨਤ ਦਾ ਖਾਓ, ਕਿਸੇ ਦਾ ਹੱਕ ਮਾਰ ਕੇ ਨਾ ਖਾਓ। ਇਹਦੀ ਉਡਾਰੀ ਦੀ ਤਰ੍ਹਾਂ ਆਪਦੀ ਸੋਚ ਉੱਚੀ ਰੱਖੋ। ਜਿਵੇਂ ਉੱਚੇ ਥਾਂ ਤੇ ਜਾ ਕੇ ਬਹਿੰਦਾ, ਸਾਰੀ ਦੁਨੀਆ ਨੂੰ ਉੱਚੇ ਥਾਂ ਤੋਂ ਹੋ ਕੇ ਬੈਠ ਕੇ ਇੱਕ ਨਜ਼ਰ ਨਾ ਦੇਖੋ, ਇਨਸਾਨੀਅਤ ਦੀ ਨਜ਼ਰ ਨਾ ਦੇਖੋ, ਕਿਸੇ ਨੂੰ ਮੁਸਲਮਾਨ, ਹਿੰਦੂ, ਸਿੱਖ, ਈਸਾਈ, ਇਹ ਉਹ ਇਹਨਾਂ ਨਜ਼ਰਾਂ ਨਾਲ ਨਾ ਦੇਖੋ। ਸਭ ਨੂੰ ਇੱਕ ਤਾਂ ਨਜ਼ਰ ਨਾ ਦੇਖੋ ਕਿ ਇਹ ਹਿੰਦੁਸਤਾਨੀ ਆ ਜਾਂ ਇਹ ਇੱਕ ਇਨਸਾਨ ਨੇ, ਇਨਸਾਨੀਅਤ ਦੇ ਨਾਂ ਤੇ ਸਭ ਨੂੰ ਦੇਖਿਆ ਜਾਵੇ। ਇਸ ਚੀਜ਼ ਦਾ ਇਹ ਪ੍ਰਤੀਕ ਨੇ। ਦੂਸਰਾ, ਇਹ ਰਾਜਾਸ਼ਾਹੀ ਦਾ ਪ੍ਰਤੀਕ ਆ ਕਿ ਇਹ ਰਾਜੇ ਮਹਾਰਾਜੇ ਰੱਖ ਸਕਦੇ ਸੀ। ਪਹਿਲਾਂ ਇਹਨਾਂ ਦਾ ਹੁੰਦਾ ਸੀ ਘੋੜੇ ਸੀ ਜਿਹੜੇ ਉਹ ਰਾਜੇ ਮਹਾਰਾਜੇ ਚੜ੍ਹ ਸਕਦੇ ਸੀ, ਜਿਹੜੀ ਤਲਵਾਰ ਆ ਉਹ ਰਾਜੇ ਮਹਾਰਾਜੇ ਪਹਿਨ ਸਕਦੇ ਸੀ। ਇਹ ਦਿਖਾਇਆ ਕਿ ਤੁਸੀਂ ਰਾਜੇ ਹੋ, ਤੁਹਾਨੂੰ ਗੁਰੂ ਮਹਾਰਾਜ ਨੇ ਰਾਜਾ ਬਣਾਇਆ। ਹੁਣ ਤੁਸੀਂ ਉਹ ਰਾਜਿਆਂ ਦੀ ਤਰ੍ਹਾਂ ਜਿਉਣਾ ਜਾਂ ਉਹ ਚੀਜ਼ ਨੂੰ ਛੱਡ ਕੇ ਲੋਕਾਂ ਦੀ ਰੀਸੋ ਵੀ ਸੀ ਉਹਨਾਂ ਵਰਗੇ ਬਣ ਕੇ ਜਿਉਣਾ, ਉਹ ਤੁਹਾਡੇ ਤੇ ਡਿਪੈਂਡ ਆ। ਲੱਖਾਂ ਹੀ ਲੋਕ ਸੜਕਾਂ ਤੇ ਬੈਠੇ ਆ ਤੇ ਸੋਸ਼ਲ ਮੀਡੀਆ ਤੇ ਆਊਟ ਆਫ ਇੰਡੀਆ ਤੋਂ ਵੀ, ਚਾਹੇ ਕੈਨੇਡਾ, ਅਮਰੀਕਾ, ਇੰਗਲੈਂਡ ਦੀ ਗੱਲ ਕਰੀ, ਉਹ ਵੀ ਵੱਡੇ ਨਾਅਰੇ ਦੇ ਰਹੇ ਆ, ਲਿਖ ਰਹੇ ਆ ਵੀ ਨੋ ਫਾਰਮ, ਨੋ ਫੂਡ ਤੇ ਨੋ ਫਿਊਚਰ, ਵੀ ਇਹਨਾਂ ਬਿਨਾਂ ਕੁਝ ਵੀ ਸੰਭਵ ਨਹੀਂ ਹੈਗਾ। ਸਰਕਾਰ ਨੂੰ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਆ, ਪਰ ਸਰਕਾਰ ਅਜੇ ਵੀ ਜਿਹੜਾ ਕਿ ਸੋਚਾਂ ਵਿੱਚ ਪਈ ਹੋਈ ਆ। ਤੁਹਾਨੂੰ ਕੀ ਲੱਗਦਾ ਵੀ ਮੰਨੇਗੀ? ਨਹੀਂ, ਅਸਲ ਦੇ ਵਿੱਚ ਪਹਿਲਾਂ ਸਰਕਾਰਾਂ ਹੁੰਦੀਆਂ ਸੀ, ਹੁਣ ਕਰਿੰਦੇ ਨੇ। ਹੁਣ ਵੱਡੀਆਂ ਕੰਪਨੀਆਂ ਦੇ ਕਰਿੰਦੇ ਬੈਠੇ ਨੇ ਉੱਥੇ, ਸਰਕਾਰਾਂ 'ਚ ਕੋਈ ਮੰਤਰੀ ਨਹੀਂ ਬੈਠੇ। ਉਹਨਾਂ ਨੂੰ ਜਿਵੇਂ ਮਾਲਕ ਕਹਿ ਦਿੰਦਾ ਉਵੇਂ ਚੁੱਪ ਕਰ ਜਾਂਦੇ ਆ, ਜਿਵੇਂ ਮਾਲਕ ਕਹਿ ਦਿੰਦਾ ਬੋਲ ਪੈਂਦੇ ਨੇਗੇ। ਜਿੰਨਾ ਚਿਰ ਮਾਲਕਾਂ ਵੱਲੋਂ ਹਰੀ ਝੰਡੀ ਨਹੀਂ ਆਉਂਦੀ, ਉਹਨਾਂ ਨੂੰ ਉਵੇਂ ਬੈਠਣਾ ਪਊਗਾ। ਕਿਉਂਕਿ ਇਹ ਸਰਕਾਰ ਆ ਜਿਹੜੀ ਇਹ ਲੋਕਾਂ ਨੇ ਚੁਣ ਕੇ ਜ਼ਰੂਰ ਭੇਜੀ ਆ, ਪਰ ਜਿਹੜੀ ਇਹਦੇ ਤੇ ਰਾਜ ਕਰ ਰਹੀ ਜਮਾਤ ਆ ਉਹ ਇੰਡਸਟਰੀਅਲ ਲੋਕ ਨੇ।
ਇਹ ਬਿੱਲ ਵੀ ਜਿਹੜੇ ਨੇ ਨਾ, ਜਿਹੜੇ ਹੁਣ ਲਿਆਂਦੇ ਗਏ ਨੇ, ਇਹ ਸਰਕਾਰ ਨੇ ਜਿੰਨੇ ਵੀ ਬਿੱਲ ਜਾਂ ਫੈਸਲੇ ਲਏ ਨੇ, ਚਾਹੇ ਉਹ ਨੋਟਬੰਦੀ ਹੋਵੇ, GST ਦਾ ਹੋਵੇ ਜਾਂ ਇਹ ਚੀਜ਼ਾਂ ਹੋਣ, ਇਹ ਵੱਡੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾ ਕੇ ਛੋਟੇ ਵਪਾਰੀ ਵਰਗ ਨੂੰ, ਛੋਟੇ ਆਮ ਲੋਕਾਂ ਨੂੰ, ਛੋਟੇ ਕਿਸਾਨਾਂ ਨੂੰ ਜਾਂ ਆਮ ਕਿਸਾਨਾਂ ਨੂੰ ਮਾਰਨ ਦੀਆਂ ਨੀਤੀਆਂ ਵਾਲੇ ਲਿਆਂਦੇ ਗਏ ਹੈਗੇ। ਫਿਰ ਤੁਸੀਂ ਇੱਕ ਗੱਲ ਇਹ ਦੇਖੋਗੇ ਕਿ ਵੀ ਜਿੰਨੇ ਵੀ ਫੈਸਲੇ ਲਏ ਆ ਉਹ ਕੈਬਨਿਟ ਦੀ ਮਨਜ਼ੂਰੀ ਨਾਲ ਬਹੁਤ ਘੱਟ ਲਏ ਜਾਂਦੇ ਆ। ਦੂਸਰਾ, ਪਾਰਲੀਮੈਂਟਰੀ ਜਿਹੜੇ ਪ੍ਰੋਸੀਜਰ ਹੁੰਦੇ ਆ ਉਹਨਾਂ ਨੂੰ ਵੀ ਨਹੀਂ ਫੋਲੋ ਕੀਤਾ ਗਿਆ। ਤੁਹਾਨੂੰ ਪਤਾ ਹੋਊਗਾ ਇਸ ਬਿੱਲ ਦੇ ਵਿੱਚ ਵੀ ਜਾਂ ਇਹਦੇ ਨਾਲ ਜਿਹੜੇ 14 ਬਿੱਲ ਲਿਆਂਦੇ ਗਏ ਆ ਇਸ ਮੌਨਸੂਨ ਸੈਸ਼ਨ ਦੇ ਵਿੱਚ, ਉਹਦੇ ਵਿੱਚ ਕਿਸੇ ਵੀ ਬਿੱਲ ਨੂੰ ਸਿਲੈਕਸ਼ਨ ਕਮੇਟੀ ਕੋਲੇ ਨਹੀਂ ਭੇਜਿਆ ਗਿਆ। ਜਿਹੜੀ ਧਿਰ ਵਾਸਤੇ ਬਣਾਏ ਆ, ਚਾਹੇ ਉਹ ਮਜ਼ਦੂਰਾਂ ਵਾਸਤੇ ਬਣਾਏ ਹੋਣ, ਚਾਹੇ ਆਮ ਲੋਕਾਂ ਲਈ ਬਿਜਲੀ ਬਿੱਲ ਹੋਵੇ, ਚਾਹੇ ਕਿਸਾਨਾਂ ਵਿਰੋਧ ਬਿੱਲ ਹੋਣ, ਕਿਸੇ ਨੂੰ ਵਿੱਚ ਉਹਦੇ 'ਚ ਨਹੀਂ ਲਿਆ ਗਿਆ। ਨਾ ਕਿਸਾਨ ਜਥੇਬੰਦੀਆਂ, ਨਾ ਕਿਸਾਨ ਬੁੱਧੀਜੀਵੀਆਂ ਨੂੰ, ਨਾ ਇਲੈਕਟ੍ਰੀਸਿਟੀ ਵਾਲੇ ਲੋਕਾਂ ਨੂੰ, ਨਾ ਇਲੈਕਟ੍ਰੀਸਿਟੀ ਜਿਹੜੇ ਸੰਘਰਸ਼ ਮਜ਼ਦੂਰ ਆ ਉਹਨਾਂ ਨੂੰ, ਨਾ ਆਮ ਮਜ਼ਦੂਰਾਂ ਨੂੰ, ਕਿਸੇ ਨੂੰ ਉਹ ਬਿੱਲ ਬਣਾਉਣ ਵਾਸਤੇ ਜਾਂ ਪਾਸ ਕਰਨ ਤੋਂ ਪਹਿਲਾਂ ਕਿਸੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿ ਕੋਈ ਸਾਂਝੀ ਆਲ ਪਾਰਟੀ ਮੀਟਿੰਗ ਵੀ ਕੋਈ ਉੱਥੇ ਸੱਦ ਕੇ ਜਿਹੜੀ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਗਈ। ਕੋਈ ਡਾਇਲੌਗ ਵਾਲਾ ਕੰਮ ਨਹੀਂ ਰੱਖਿਆ। ਸਿਰਫ ਇੱਕ ਤਾਨਾਸ਼ਾਹ ਦੀ ਤਰ੍ਹਾਂ ਕਾਨੂੰਨ ਇਸ ਚੱਲਦੀ ਹੋਈ ਬਿਮਾਰੀ ਦੇ ਵਿੱਚ 3 ਅਦਾਦੇਸ਼ ਲਿਆਂਦੇ ਜਾਂਦੇ ਆ, ਫਿਰ ਉਹਨਾਂ ਨੂੰ ਕਾਨੂੰਨ ਦੇ ਰੂਪ ਦੇ ਕੇ ਥੋਪ ਦਿੱਤਾ ਜਾਂਦਾ। ਪੰਜਾਬ ਦੇ ਬਜ਼ੁਰਗਾਂ ਨਾਲ ਵੀ ਗੱਲ ਕੀਤੀ, ਨੌਜਵਾਨਾਂ ਨਾਲ ਵੀ ਗੱਲ ਕੀਤੀ, ਉਹ ਕਹਿੰਦੇ ਅਸੀਂ ਨਹੀਂ ਮੁੜਦੇ, ਭਾਵੇਂ ਜਿੰਨਾ ਮਰਜ਼ੀ ਟਾਈਮ ਲੱਗ ਜਾਵੇ, ਸਾਨੂੰ ਜੋ ਕਰਨਾ ਪਿਆ ਸੀ ਤੇ ਬੈਠੇ ਆ, ਕਹਿੰਦੇ ਅਸੀਂ ਮੁੜਨਾ ਨਹੀਂ ਵਾਪਸ ਆਉਣਾ। ਮੇਰੀ ਗੱਲ ਸੁਣੋ ਜੀ, ਜਿੱਥੋਂ ਤੱਕ ਮੁੰਡਿਆਂ ਖੁੰਡਿਆਂ ਦੀ ਗੱਲ ਆ, ਇਹ ਤਾਂ ਚੰਡੀਗੜ੍ਹ ਜਾਣ 'ਚ ਖੁਸ਼ ਹੁੰਦੇ ਆ। ਹੁਣ ਦਿੱਲੀ ਆਏ ਹੋਏ ਆ, ਇਹ ਕਿੱਥੋਂ ਮੁੜਦੇ? ਇਹਨਾਂ ਨੂੰ ਤਾਂ ਭਾਵੇਂ 2 ਸਾਲ ਰੱਖੀ ਰੱਖੋ, ਇਹਨਾਂ ਨੇ ਤਾਂ ਇੱਥੇ ਲੈਣੇ ਨਜ਼ਾਰੇ। ਤੇ ਨਾਲੇ ਉਹ ਕਹਿੰਦੇ ਪੁੰਨ ਦੇ ਨਾਲੇ ਫਲੀਆਂ, ਨਾਲੇ ਤਾਂ ਦਿੱਲੀ ਘੁੰਮਣਗੇ, ਨਾਲੇ ਅਗਲੇ ਨੇ ਆਪਦੇ ਹੱਕ ਲੈਣੇ ਆ, ਨਾਲੇ ਸਰਕਾਰ ਦੀ ਗਲ ਗੁੱਠਾ ਦੇ ਕੇ ਦੱਸਣਾ ਵੀ ਆ ਵੀ ਪੰਗਾ ਲੈ ਲਿਆ ਗਲਤ ਥਾਂ ਤੇ। ਕਿਉਂਕਿ ਅੰਗਰੇਜ਼ਾਂ ਨੂੰ ਵੀ ਜਦੋਂ ਮਿਲੀ ਸੀ ਟੱਕਰ, ਪੰਜਾਬ ਵਾਲੇ ਗਦਰੀ ਬਾਬਿਆਂ ਨੇ, ਭਗਤ ਸਿੰਘ ਵਰਗਿਆਂ ਨੇ ਜਾਂ ਪੰਜਾਬ ਵਾਲਿਆਂ ਨੇ ਦਿੱਤੀ ਸੀ। ਨਹੀਂ ਬਾਈ ਜੀ, 35 ਤੋਂ ਲੈ ਕੇ 37 ਕਰੋੜ ਲੋਕ ਸੀ 47 ਤੋਂ ਪਹਿਲਾਂ, ਪਰ ਸਾਰੇ ਸਿਰ ਸੱਟ ਕੇ ਨਹੀਂ ਜਿਉਏ ਸੀ। ਇਹ ਪੰਜਾਬੀ ਸੀ ਜਿਨ੍ਹਾਂ ਨੇ ਜਾ ਕੇ 100 ਤੋਂ ਵੱਧ ਜਿਹੜੇ ਰੱਸੇ ਚੁੰਮੇ ਸੀ। ਇਹ ਉਹ ਪੰਜਾਬੀ ਸੀ ਜਿਨ੍ਹਾਂ ਨੇ ਕਾਲੇ ਪਾਣੀ ਨੂੰ ਜਾ ਕੇ ਉੱਥੇ ਜੇਲ੍ਹਾਂ ਕੱਟੀਆਂ ਸੀ। ਇਹ ਉਹ ਪੰਜਾਬੀ ਸੀ ਜਿਨ੍ਹਾਂ ਨੇ ਜਾ ਕੇ ਜਨਰਲ ਡਾਇਰ ਦੇ ਅਤੇ ਉਹਨਾਂ ਨੂੰ ਮਾਰਿਆ ਸੀ। ਇਹ ਉਹ ਪੰਜਾਬੀ ਨੇ। ਤੁਸੀਂ ਇਹਨਾਂ ਨੂੰ ਜਿੰਨਾ ਮਰਜ਼ੀ ਦਵਾਈ ਚੱਲੋ, ਇਹ ਹੁਣ ਨਹੀਂ, 47 ਵੇਲੇ ਵੀ ਇਹਨਾਂ ਨੂੰ ਵੰਡਿਆ ਗਿਆ, ਟੁਕੜੇ ਕੀਤੇ ਗਏ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਸਾਨੂੰ ਰਾਜ ਨਹੀਂ ਕਰਨ ਦੇਣਾ। ਉਦੋਂ ਬਾਅਦ 66 'ਚ ਵੀ ਇਹਨਾਂ ਨੂੰ ਵੰਡ ਕੇ ਅੱਡੋ ਅੱਡ ਕੀਤਾ ਗਿਆ। ਪਰ ਜਿਹੜੀ ਤਸੀਰ ਹੁੰਦੀ ਹੈ ਨਾ ਵੀਰ ਮੇਰਿਆ, ਜਿਹੜਾ ਬਲੱਡ ਲਾਈਨ ਹੁੰਦੀ ਹੈ ਨਾ, ਉਹਨੂੰ ਚੇਂਜ ਨਹੀਂ ਕਰ ਸਕਦੇ। ਜਿਹੜੀ ਬਲੱਡ ਦੀ ਤਸੀਰ ਹੁੰਦੀ ਹੈ ਨਾ, ਉਹਨੂੰ ਜਿੰਨਾ ਚਿਰ ਮਰਜ਼ੀ ਸ਼ੇਰ ਨੂੰ ਕੁੱਤਿਆਂ ਨਾਲ ਪਾਲੀ ਚੱਲੋ, ਜਿੱਦਣ ਉਹਨੂੰ ਮਾੜੀ ਜਿਹੀ ਆਪਦਾ ਪਤਾ ਲੱਗਦਾ ਨਾ ਮੈਂ ਕੌਣ ਆ, ਉਹਨਾਂ ਨੂੰ ਹੀ ਖਾ ਜਾਂਦਾ, ਜਿਹੜਾ ਉਹਨਾਂ ਦੇ ਉਹਦੇ ਨਾਲ ਡੰਡੇ ਨਾਲ ਡਰਾ ਕੇ ਰੱਖਦੇ ਆ। ਇਸ ਕਰਕੇ ਇਹ ਸ਼ੇਰਾਂ ਦਾ ਝੁੰਡ ਆ, ਇਹਨੂੰ ਬੱਕਰੀਆਂ ਵਾਲੇ ਹਿਸਾਬ 'ਚ ਨਾ ਲੈ ਲਿਓ। ਇਹ ਤਾਂ ਸ਼ੇਰ ਆ ਜਿਹੜੇ, ਇਹ ਤਾਂ ਬੱਬਰ ਸ਼ੇਰਾਂ ਤੋਂ ਲੋਟ ਨਹੀਂ ਆਉਂਦੇ। ਤੁਹਾਡੇ ਵਰਗੇ ਜਿਹੜੇ ਵਿਚਾਰੇ ਰਿੰਗ ਮਾਸਟਰ ਵੀ ਨਹੀਂ ਹੈਗੇ ਗੇ, ਉਹ ਵੀ ਗਾ ਕਿਸੇ ਲਈ ਕੰਮ ਕਰ ਰਹੇ ਨੇਗੇ। ਰਿੰਗ ਮਾਸਟਰ ਵਾਲੀ ਛੜੀ ਆ, ਇਹਨਾਂ ਲਈ ਇਹ ਛੜੀਆਂ ਕੋਈ ਕੰਮ ਨਹੀਂ ਕਰਨਗੀਆਂ। ਇਸ ਕਰਕੇ ਕੋਈ ਅਕਲ ਨੂੰ ਹੱਥ ਮਾਰੋ। ਇਹ ਜਿਹੜਾ ਉਹਦੇ ਨਾਲ ਗੰਜਾ ਜਾ ਕੀ ਉਹਦਾ ਨਾਮ ਅਮਿਤ ਸ਼ਾਹ ਨਾ, ਇਹ ਸਾਰੇ ਪੰਗੇ ਦੀ ਜੜ ਉਹ ਹੈਗਾ। ਉਹਨੂੰ ਮਾੜਾ ਮੋਟਾ ਅਕਲ ਨੂੰ ਹੱਥ ਮਾਰਨਾ ਚਾਹੀਦਾ ਕਿ ਬੰਦੇ ਦਾ ਪੁੱਤ ਬਣ, ਕਿਸਾਨਾਂ ਦੀ ਗੱਲ ਸੁਣ ਲਾ। ਨਹੀਂ, ਇਹ ਲੋਕ ਉਹ ਨੇ ਜਿਹੜੇ ਅਸੈਂਬਲੀਆਂ ਦੇ ਵਿੱਚ ਜਾ ਕੇ ਵੀ ਤੇ ਜਾਂ ਤੁਹਾਡੇ ਘਰਾਂ ਦੇ ਵਿੱਚ ਵੜ ਕੇ ਵੀ ਤੁਹਾਨੂੰ ਝੰਜੋੜ ਕੇ ਠਾ ਕੇ ਆਪਦੀਆਂ ਗੱਲਾਂ ਦੱਸਣ ਲਾਇਕ ਹੈਗੇ ਨੇ। ਕਿੰਨਾ ਚਿਰ ਇੱਥੇ ਬੈਠੇ ਹੁਣ? ਜਿੰਨਾ ਚਿਰ ਨੇ ਜੀਵਨ ਦਿੱਤਾ ਤੇ ਜਾਂ ਫਿਰ ਜਿੰਨਾ ਚਿਰ ਇਹ ਵਾਪਸ ਨਹੀਂ ਹੁੰਦੇ। ਜੇ ਤਾਂ ਇਹ ਵਾਪਸ ਹੋਣ ਤੱਕ ਜਿਉਂਦੇ ਰਹੇ ਤਾਂ ਵਾਪਸ ਹੋਣ ਤੱਕ ਇੱਥੇ ਹੀ ਆ। ਜੇ ਪਹਿਲਾਂ ਮਹਾਰਾਜ ਨੇ ਕੋਈ ਉਹੋ ਜਿਹੀ ਕਿਰਪਾ ਖੇਡ ਵਰਤਾ ਦਿੱਤਾ, ਉਹ ਉਹਦੀ ਮਰਜ਼ੀ। ਤੁਸੀਂ ਵੇਖ ਸਕਦੇ ਇੱਧਰ ਪੁਲਿਸ ਵੀ ਬਹੁਤ ਵੱਡੇ ਪੱਧਰ ਤੇ ਆ ਤੇ ਫੌਜ ਵੀ ਵੱਡੇ ਪੱਧਰ ਦੇ ਹੱਥਾਂ 'ਚ ਹਥਿਆਰ ਆ। ਕੀ ਤੁਸੀਂ ਲੰਘ ਸਕਦੇ ਇੱਥੋਂ? ਆਪਾਂ ਹੁਣ ਚੱਲ ਵੜਦੇ ਆ, ਬੋਲ ਲੰਘੇ ਹੈਗੇ। ਮੈਂ ਰੋਜ਼ ਜਾਂਦਾ, ਮੈਂ ਰੋਜ਼ ਦਿੱਲੀ ਜਾਂਦਾ, ਰੋਜ਼ ਦਿੱਲੀ ਆਉਣਾ। ਤੇ ਜੇ ਆਖੇ ਹੁਣ ਲੈ ਚੱਲਦੇ ਆ ਤੇ ਨਾਲੇ ਇਹ ਲੋਕ ਹੀ ਸਾਨੂੰ ਰਾਸਤਾ ਬਣਾ ਕੇ ਦੇਣਗੇ ਵੀ ਖਾਲਸਾ ਜੀ ਇੱਧਰ ਆਓ। ਮੈਂ ਉਹੀ ਕਹਿ ਰਿਹਾ, ਤੁਹਾਨੂੰ ਰਾਜੇ ਬਣਾਇਆ ਹੋਇਆ, ਬੰਨ ਦੀ ਲੋੜ ਨਹੀਂ, ਪਰ ਉਸ ਚੀਜ਼ 'ਚ ਆਉਣਾ ਪਊਗਾ। ਉਹ ਵਿਚਾਰਧਾਰਾ ਤੇ ਆ ਜਾਓ। ਉਹੋ ਜਿਹਾ ਪਹਿਰਾਵਾ ਤੁਸੀਂ ਪਾ ਲਓ। ਮੈਂ ਕੌਣ? ਮੈਂ ਨਹੀਂ ਕਹਿੰਦਾ ਵੀ ਮੈਂ ਕੁਛ ਹੈਗਾ, ਪਰ ਮੇਰੇ ਵੱਡ ਵਡੇਰਿਆਂ ਨੇ, ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਇਹੋ ਜਿਹਾ ਖਾਲਸਾ ਪੰਥ ਸਾਜਿਆ। ਸਾਡੇ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਇਹੋ ਜਿਹਾ ਰਾਜ ਕੀਤਾ। ਸਾਡੇ ਹਰੀ ਸਿੰਘ ਨਲਗੋਏ ਵਰਗਿਆਂ ਨੇ ਇਹੋ ਜਿਹੇ ਹੱਥ ਦਿਖਾਏ ਨੇਗੇ। ਸਾਡੇ ਬੰਦਾ ਸਿੰਘ, ਬੋਤਾ ਸਿੰਘ, ਗਰਜਾ ਸਿੰਘ ਵਰਗਿਆਂ ਨੇ ਇਹੋ ਜਿਹੇ ਨਾਕੇ ਲਾਏ ਨੇ। ਉਹਨਾਂ ਬਾਰੇ ਸਾਰਾ ਕੁਝ ਪਤਾ, ਪਰ ਸਾਨੂੰ ਉਹੋ ਜਿਹਾ ਆਪਦਾ ਜੀਵਨ ਬਣਾਉਣਾ ਪਊਗਾ। ਇਹ ਤਾਂ ਆਪ ਤੁਹਾਡੇ ਮੂਹਰੇ ਰਾਜ ਬਖਸ਼ਣਗੇ ਵੀ ਆਹ ਲਓ, ਪਰ ਪਹਿਲਾਂ ਤੁਹਾਨੂੰ ਉਸ ਪਹਿਰਾਵੇ ਦੇ ਵਿੱਚ, ਉਸ ਸੋਚ ਦੇ ਵਿੱਚ, ਉਸ ਵਿਚਾਰਧਾਰਾ ਦੇ ਵਿੱਚ ਤੇ ਆ ਕੇ ਇੱਕ ਝੰਡੇ ਥੱਲੇ ਇਕੱਠੇ ਹੋਣਾ ਪਊਗਾ। 2 ਵਾਰੀ ਇਕੱਠੇ ਹੋਏ ਹੋ, ਬੰਦਾ ਸਿੰਘ ਬਹਾਦਰ ਵੇਲੇ ਤੇ ਮਹਾਰਾਜਾ ਰਣਜੀਤ ਸਿੰਘ ਵੇਲੇ। ਤੇ ਤੁਹਾਡਾ ਰਾਜ ਹੈ ਨਾ ਜਿਹੜਾ, ਦੁਨੀਆ ਦੇ ਅੱਜ ਤੱਕ ਦੇ ਸਾਰੇ ਰਾਜਿਆਂ ਦੇ ਨਾਲੋਂ, ਸਾਰੇ ਰਾਜਾਂ ਨਾਲੋਂ
ਇੱਥੋਂ ਤੱਕ ਕਿ ਲੋਕਤੰਤਰ ਜਿਹੜੇ ਅੱਜ ਵੱਡੇ ਵੱਡੇ ਲੋਕਤੰਤਰ ਕਹਾਉਂਦੇ ਆ ਉਹਨਾਂ ਦੇ ਵਿੱਚੋਂ ਵੀ ਤੁਹਾਡੇ 40 ਸਾਲ ਦਾ ਰਾਜ ਸਭ ਤੋਂ ਬੈਸਟ ਆ। ਜਾ ਕੇ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ। ਪੰਜਾਬ ਦੇ ਲੋਕਾਂ ਨੇ ਦਰਿਆ ਦੇ ਲਈ ਬੜੀ ਦੇਖਣ ਨੂੰ ਮਿਲੀ, ਜਿਨ੍ਹਾਂ ਨੇ ਡਾਂਗਾਂ ਭਰਾਈਆਂ ਉਹਨਾਂ ਨੂੰ ਲੰਗਰ ਛਕਾਇਆ ਉਹਨਾਂ ਨੇ। ਇਹ ਤਾਂ ਸਾਡਾ ਕੰਮ ਆ। ਇਹ ਭਾਈ ਘਨੱਈਆ ਜੀ ਦਾ ਜਿਹੜਾ ਫਲਸਫਾ ਇਹੀ ਆ। ਭਾਈ ਘਨੱਈਆ ਜੀ ਦਾ ਜਿਹੜਾ ਫਲਸਫਾ ਸੀ ਨਾ ਉਹ ਇਹੀ ਸੀ ਕਿ ਦੁਸ਼ਮਣ ਨੂੰ ਵੀ ਪਾਣੀ ਪਿਆਓ। ਤੇ ਇਹ ਤਾਂ ਸਾਡੇ ਆਪ ਦੇ ਨੇ ਵਿਚਾਰੇ ਦੁਸ਼ਮਣਾਂ ਦੀ ਨੌਕਰੀ ਕਰ ਰਹੇ ਨੇਗੇ। ਇਹ ਤਾਂ ਸਾਡੇ ਆਪ ਦੇ ਨੇ। ਸਾਡੇ ਇਹ ਜਿਹੜੇ ਸਰਕਾਰਾਂ 'ਚ ਲੋਕ ਬੈਠੇ ਨੇ ਸਭ ਆਪ ਦੇ ਨੇ। ਸਾਡਾ ਦੁਸ਼ਮਣ ਸਿਰਫ ਇੰਡਸਟਰੀਅਲ ਬੰਦੇ ਨੇਗੇ। ਜਿਹੜਾ ਵੱਡੇ ਵੱਡੇ ਪੂੰਜੀਪਤੀ ਆ ਨਾ ਉਹ ਸਾਡੇ ਦੇਸ਼ ਦੇ ਦੁਸ਼ਮਣ ਨੇ। ਜਿਵੇਂ ਪਹਿਲਾਂ ਕੰਪਨੀ ਰਾਜ ਹੁੰਦਾ ਸੀ ਨਾ, ਈਸਟ ਇੰਡੀਆ ਕੰਪਨੀ ਰਾਜ, ਉਵੇਂ ਵੀ ਹੁਣ 10-15 ਘਰਾਣੇ ਨੇ ਜਿਹੜੇ ਇਸ ਦੇਸ਼ ਨੂੰ ਲੁੱਟਣਾ ਚਾਹੁੰਦੇ ਨੇ। ਇਸ ਦੇਸ਼ ਦੇ ਜਿਹੜੇ ਆਮ ਲੋਕਾਂ ਦੇ ਰਾਈਟ ਨੇ, ਹੱਕ ਨੇ, ਉਹ ਖੋਹਣਾ ਚਾਹੁੰਦੇ ਨੇਗੇ। ਲੋਕਤੰਤਰ ਦੇ ਨਾਮ ਤੇ ਜਿਹੜਾ ਸਾਨੂੰ ਹੱਕ ਮਿਲੇ ਹੋਏ ਨੇ ਉਹ ਖੋਹਣਾ ਚਾਹੁੰਦੇ ਨੇਗੇ। ਸਾਡਾ ਦੁਸ਼ਮਣ ਇਹਨਾਂ 'ਚੋਂ ਕੋਈ ਨਹੀਂ। ਸਾਡਾ ਦੁਸ਼ਮਣ ਉਹ ਇੰਡਸਟਰੀਅਲ ਲੋਕ ਤੇ ਜਾਂ ਉਹਨਾਂ ਦੇ ਹੱਥ ਠੋਕੇ ਬਣੇ ਹੋਏ ਉਹ ਨੇਤਾ ਲੋਕ ਨੇ। ਆਪਣੀ ਮੰਗ ਮਨਾ ਲਓਗੇ ਹੁਣ ਤੁਸੀਂ? ਮਹਾਰਾਜ ਇਹ ਤਾਂ ਸਾਡੀਆਂ ਮਨਾਈਆਂ ਹੀ ਹੋਈਆਂ ਨੇ। ਜਦੋਂ ਮਰਜ਼ੀ ਅਸੀਂ ਤਾਂ ਇਦੋਂ ਗਾਂ ਵਾਲੀਆਂ ਵੀ ਆਖੇ ਉਹ ਵੀ ਮਨਾ ਲੈਂਦੇ ਆ। ਪਰ ਅਸੀਂ ਇਹ ਦਿਖਾਉਣਾ ਚਾਹੁੰਦੇ ਆ ਗਵਰਨਮੈਂਟ ਨੂੰ ਵੀ ਅਸੀਂ ਕਿੰਨੇ ਜਾਬਤੇ 'ਚ ਰਹਿ ਸਕਦੇ ਆ। ਸਾਡੀ ਬਾਉਂਡਰੀਜ਼ ਦਾ ਸਾਨੂੰ ਪਤਾ ਹੈਗਾ। ਸਾਨੂੰ ਇਹ ਵੀ ਪਤਾ ਕਿ ਸਾਡਾ ਕੀ ਹੱਕ ਆ। ਸਾਨੂੰ ਇਹ ਵੀ ਪਤਾ ਸਾਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਪਰ ਅਸੀਂ ਆਪ ਦਾ ਇਹ ਜਾਬਤਾ ਦਿਖਾ ਕੇ ਇਹਨੂੰ ਦੱਸਣਾ ਚਾਹੁੰਦੇ ਆ ਕਿ ਤੂੰ ਵੀ ਇਹ ਯਾਦ ਰੱਖ ਕਿ ਤੇਰੀ ਕੀ ਬਾਉਂਡਰੀ ਆ, ਕਿ ਤੈਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਤੈਨੂੰ ਦਿੱਲੀ ਆ ਜਿਹੜੇ ਤੈਨੂੰ ਪਾਵਰਾਂ ਦਿੱਤੀਆਂ ਹੋਈਆਂ ਨੇ ਉਹਦੇ ਵਿੱਚ ਰਹਿ ਲੋਕਤੰਤਰ ਢਾਂਚੇ ਦੇ ਮੁਤਾਬਕ। ਜਿਹੜੀਆਂ ਸਟੇਟ ਦੀਆਂ ਪਾਵਰਾਂ ਨੇ ਜਾਂ ਸਟੇਟ ਦੇ ਜਿਹੜੇ ਕੰਮ ਨੇ ਜਾਂ ਸਟੇਟ ਦੇ ਕਾਨੂੰਨ ਨੇ ਉਹਨਾਂ 'ਚ ਇੰਟਰਫੇਅਰ ਨਾ ਕਰ। ਇਹ ਅਸੀਂ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਇਕੱਠੇ ਆ। ਅਸੀਂ ਇਹ ਨਹੀਂ ਕਿ ਅਸੀਂ ਆਏ ਤੇ ਤੂੰ ਮੰਨ ਗਏ ਅਸੀਂ ਜਾ ਵੜਾਂਗੇ। ਅਸੀਂ ਆਉਨੇ ਵੀ ਆਪਦੀ ਮਰਜ਼ੀ ਨਾਲ ਤੇ ਜਾਣੇ ਵੀ ਆਪਦੀ ਮਰਜ਼ੀ ਨਾਲ ਆ। ਜੋ ਕਿਸਾਨ ਜਥੇਬੰਦੀ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਨੂੰ ਬਹੁਤ ਵੱਡਾ ਬਲ ਮਿਲਿਆ, ਕਿਉਂਕਿ ਨਿਹੰਗ ਜਥੇਬੰਦੀਆਂ ਵੀ ਇੱਥੇ ਆ ਕੇ ਬੈਠ ਗਈਆਂ। ਇਹਨਾਂ ਨੇ ਕਹਿਣਾ ਵੀ ਜੇਕਰ ਅੱਗੇ ਵਧਣਾ ਪਿਆ ਤਾਂ ਵੀ ਅੱਗੇ ਚੱਲਾਂਗੇ, ਜੇਕਰ ਕੋਈ ਬਲ ਪ੍ਰਯੋਗ ਹੁੰਦਾ ਪਹਿਲਾਂ ਸਾਨੂੰ ਟੱਕਰ ਕੇ ਫਿਰ ਅੱਗੇ ਜਾਣਾ ਪਵੇਗਾ। ਸੋ ਹੁਣ ਦੇਖਣਾ ਇਹ ਹੈ ਕਿ ਪ੍ਰੈਸ਼ਰ ਇਸ ਵਕਤ ਕਾਫੀ ਬਣਿਆ ਹੋਇਆ। ਲੱਖਾਂ ਹੀ ਲੋਕ ਇਕੱਠੇ ਹੋਏ ਆ, ਚਾਹੇ ਆਪਾਂ ਸਿੱਖ, ਮੁਸਲਿਮ, ਹਿੰਦੂ, ਈਸਾਈ, ਕੋਈ ਧਰਮ ਦੀ ਗੱਲ ਕਰ ਲਈਏ, ਕੋਈ ਜਾਤ ਪਾਤ ਦੀ ਗੱਲ ਕਰ ਲਈਏ, ਸਾਰੇ ਲੋਕ ਪੰਜਾਬ ਦੇ ਲੋਕ, ਕੋਈ ਅਕਾਲੀ ਦਲ ਦਾ ਵੀ ਆ, ਕੋਈ ਕਾਂਗਰਸ ਦੇ ਵੀ ਆ ਵੋਟਾਂ ਪਾਉਣ ਵਾਲੇ, ਪਰ ਇਸ ਵੇਲੇ ਕਿਸਾਨੀ ਦੇ ਝੰਡੇ ਥੱਲੇ ਇਕੱਠੇ ਹੋਏ ਆ। ਉਹਨਾਂ ਦਾ ਕਹਿਣਾ ਕਿ ਅਸੀਂ ਤਾਂ ਹੁਣ ਆਪਣੀ ਜੰਗ ਜਿੱਤ ਕੇ ਮੁੜਨਾ। ਚਾਹੇ ਨੌਜਵਾਨਾਂ ਦੀ ਗੱਲ ਕਰ ਲਓ, ਚਾਹੇ ਬਜ਼ੁਰਗਾਂ ਦੀ ਗੱਲ ਕਰ ਲਓ, ਕੋਈ ਵੀ ਵਾਪਸ ਜਾਣ ਨੂੰ ਤਿਆਰ ਨਹੀਂ। ਚਾਹੇ 10 ਦਿਨ ਤੇ ਚਾਹੇ 10 ਮਹੀਨੇ ਉਹ ਇੱਥੇ ਬੈਠਣ ਨੂੰ ਵਜਦੇ ਆ। ਪਰ ਦੇਖਣਾ ਇਹ ਆ ਕਿ ਕੀ ਕੇਂਦਰੀ ਸਰਕਾਰ ਇਹ ਮੰਗਾਂ ਮੰਨਣ ਨੂੰ ਕਿੰਨਾ ਕੁ ਟਾਈਮ ਲਾਉਂਦੀ ਆ, ਮੰਨਦੀ ਆ ਜਾਂ ਨਹੀਂ ਮੰਨਦੀ, ਜਾਂ ਇਸ ਵਿੱਚ ਸੋਧ ਕਰਦੀ ਆ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਕੈਮਰਾਮੈਨ ਪਵਨ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ, ਦਿੱਲੀ। ਜੇਕਰ ਤੁਸੀਂ ਮਰਦਾਨਾ ਕਮਜ਼ੋਰੀ ਤੋਂ ਹੋ ਪਰੇਸ਼ਾਨ, ਜਿਵੇਂ ਨਸਾਂ ਦੀ ਕਮਜ਼ੋਰੀ, ਸੈਕਸ ਇੱਛਾ ਦੀ ਕਮੀ, ਬਚਪਨ 'ਚ ਕੀਤੀਆਂ ਗਲਤੀਆਂ, ਧਾਤ, ਸ਼ਿਕਰ ਪਤਨ, ਘੱਟ ਸ਼ੁਕਰਾਣੂ ਜਾਂ ਪਿਸ਼ਾਬ ਨਾਲ ਵਿਰਜ ਆਉਣਾ, ਤਾਂ ਹੁਣ ਘਬਰਾਉਣ ਦੀ ਨਹੀਂ ਲੋੜ। ਤੁਹਾਡੀ ਹਰ ਬਿਮਾਰੀ ਦਾ ਇਲਾਜ ਕਰਨਗੇ ਡਾਕਟਰ ਲਲਿਤ ਵਰਮਾ। ਹੁਣ ਕਦੋਂ ਤੱਕ ਗੁਪਤ ਰੋਗਾਂ ਨੂੰ ਛੁਪਾਉਂਦੇ ਰਹੋਗੇ? ਉਮਰ ਹੋਵੇ 25 ਜਾਂ 80 ਸਾਲ, ਦਰ ਨਾ ਭਟਕੋ, ਅਸੀਂ ਕਰਾਂਗੇ ਸਫਲ ਇਲਾਜ। ਅਨੇਕਾਂ ਡਾਕਟਰ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਮਰੀਜ਼ ਅੱਜ ਹੀ ਆਓ। ਤਾਕਤ, ਜੋਸ਼ ਅਤੇ ਜਵਾਨੀ ਲਈ ਆਖਰੀ ਉਮੀਦ। ਵਰਮਾ ਆਯੁਰਵੈਦਿਕ ਦਵਾਖਾਨਾ, ਨਾਈਆਂਵਾਲਾ ਚੌਂਕ, ਫਗਵਾੜਾ। ਹੁਣੇ ਫੋਨ ਕਰੋ 9814 66471, 9815 66471।